ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਸੁਕੋ ਟਲ ਗੁਰ ਸੇਵੀਐ ਅਹਨ ਸੁ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁਧੈ ਕੋ ਜਾਵੋ ਦੂਧ ਕਰਮ ਪੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁਧੈ ਕੋ ਜਾਵੋ ਦੂਧ ਕਰਮ ਪੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਜਪੋ ਤਾ ਇੱਕੋ ਨਾਮਾ ਅਵਰ ਨਿਰਾਫਲ ਕੰਮ ਰਹਾਉ ਇਹ ਮਨ ਈਟੀ ਹਾਥ ਕਰੋ ਪੁਨ ਨੇਤਰੋਂ ਨੀਂਦ ਨ ਆਵੈ। ਰਸਨਾ ਨਾਮ ਜਪੋ ਤਬ ਮਥੀਐ ਇਨ ਬੇਦ ਅੰਮ੍ਰਿਤ ਪਾਵੋ। ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਾਤੇ ਤ੍ਰਿਪਤ ਕਰੇ। ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤ ਰਹਿ। ਕਹਿੰਦੇ ਕਹੇ ਕਹੇ ਕਹਿ ਜਾਵੈ ਤੁਮ ਸਾਰੇ ਅਵਰ ਨ ਕੋਈ। ਭਗਤ ਹੀਣ ਨਾਨਕ ਜਨ ਜੰਪੈ
ਹਉ ਸਾਲਾਹੀ ਸੱਚਾ ਸੋਈ। ਕਹਿੰਦੇ ਕਹੇ ਕਹੇ ਕਹਿ ਜਾਵੈ ਤੁਮ ਸਾਰੇ ਅਵਰ ਨ ਕੋਈ। ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋਂ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਸਾਂਝ ਪਾ ਰਹੇ ਸੁਆਓ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਚਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੋਹੀ ਰਾਗ ਦੀ ਇੱਥੇ ਪ੍ਰਾਰੰਭਤਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ। ਅੰਗ ਨੰਬਰ 728 ਹੈ। ਰਾਗ ਸੋਹੀ ਮਹੱਲਾ ਪਹਿਲਾ। ਚੌਪਦੇ ਘਰ ਪਹਿਲਾ, 4 ਪਦਿਆਂ ਵਾਲਾ ਪਾਵਨ ਸ਼ਬਦ ਹੈ। ਔਰ ਇਸ ਸ਼ਬਦ ਨੂੰ ਘਰ ਪਹਿਲੇ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਗਈ ਹੈ। ਸ਼ਬਦ ਦੇ ਪ੍ਰਾਰੰਭਤਾ ਤੋਂ ਪਹਿਲਾਂ, ਰਾਗ ਦੀ ਪ੍ਰਾਰੰਭਤਾ ਤੋਂ ਪਹਿਲਾਂ ਪਰਿਪੂਰਨ ਪਰਮਾਤਮਾ ਦਾ ਮੰਗਲਾਚਰਨ ਕੀਤਾ ਗਿਆ ਹੈ ਕਿ ਜਿਹਨੂੰ ਸ਼ਬਦ ਆਪਾਂ ਮੂਲ ਮੰਤਰ ਵੀ ਵਰਤਨੇ ਹਾਂ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਜਿਹੜਾ ਪਰਮਾਤਮਾ ਇੱਕ ਹੈ, ਅਦੁੱਤੀ ਹੈ, ਜਿਹੜਾ ਪਰਮੇਸ਼ਰ ਸਰਬ ਵਿਆਪੀ ਹੈ, ਉਹ ਸਤ ਹੈ। ਸਤਨਾਮ ਉਹਦਾ ਨਾਮ ਸਦਾ ਕਾਇਮ ਰਹਿਣ ਵਾਲਾ ਸਤ ਹੈ। ਕਿਉਂਕਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਵਨ ਬਚਨ ਕਹੇ ਨੇ, ਕਿਉਂਕਿ ਨਾਮ ਇੱਕ ਉਸ ਪਰਮਾਤਮਾ ਦਾ ਹੀ ਹੈ ਜਿਹੜਾ ਸਦੀਵੀ ਹੈ ਤੇ ਸਦਾ ਸੱਚ ਹੈ। ਨਹੀਂ ਤਾਂ ਸੰਸਾਰ ਦੇ ਵਿੱਚ ਲੋਕ ਆਏ, ਆ ਕੇ ਚਲੇ ਗਏ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਆਇਆ ਗਿਆ ਮੂਇਆ ਨਾਉ, ਕਿ ਜਿਨ੍ਹਾਂ ਦਾ ਨਾਮ ਵੀ ਮਰ ਜਾਂਦਾ, ਨਾਮ ਵੀ ਖਤਮ ਹੋ ਜਾਂਦਾ। ਮੂਇਆ ਨਾਉ ਕੀ ਹੈ ਜੀ? ਦੇਖੋ, ਕਿਸੇ ਨੂੰ ਪੁੱਛ ਲਓ, ਦਾਦੇ ਦਾ ਨਾਮ ਪਤਾ ਹੈ, ਪੜਦਾਦੇ ਦਾ ਵੀ ਬਹੁਤਿਆਂ ਨੂੰ ਪਤਾ ਹੋਏਗਾ, ਪਰ ਅੱਗੋਂ ਪੁੱਛੋ ਕਿ ਪੜਦਾਦੇ ਦੇ ਪਿਤਾ ਦਾ ਨਾਂ ਕੀ ਸੀ ਜਾਂ ਉਹਦੇ ਦਾਦੇ ਦਾ ਨਾਂ ਕੀ ਸੀ, ਕਿਸੇ ਨੂੰ ਕੋਈ ਪਤਾ ਨਹੀਂ। ਉਹ ਆਇਆ, ਆ ਕੇ ਚਲਾ ਗਿਆ ਤੇ ਨਾਮ ਵੀ ਨਾਲ ਹੀ ਖਤਮ ਹੋ ਗਿਆ। ਪਰ ਸਤਿਗੁਰੂ ਜੀ ਕਹਿੰਦੇ ਨੇ ਰੱਬ ਪਰਮੇਸ਼ਰ ਉਹ ਹੈ ਜਿਹਦਾ ਨਾਮ ਸਤ ਹੈ, ਸਦਾ ਹੋਂਦ ਵਿੱਚ ਰਹਿਣ ਵਾਲਾ ਹੈ। ਕਰਤਾ ਪੁਰਖ, ਪੁਰਖ ਉਹ ਪਰਮੇਸ਼ਰ ਜਿਹੜਾ ਸਰਬ ਵਿਆਪੀ ਹੈ, ਉਹ ਸਾਰਿਆਂ ਨੂੰ ਕਰਨ ਵਾਲਾ ਵੀ ਹੈ। ਸਭ ਕੁਝ ਦਾ ਕਰਤਾ ਉਹ ਆਪ ਹੈ। ਨਿਰਭਉ, ਉਹ ਕਿਸੇ ਤੋਂ ਡਰਦਾ ਨਹੀਂ, ਨਾ ਕਿਸੇ ਨੂੰ ਡਰਾਉਂਦਾ ਹੈ, ਨਿਰਵੈਰ ਹੈ। ਅਕਾਲ ਮੂਰਤ, ਅਕਾਲ ਮੂਰਤ ਕਿ ਉਹ ਹਸਤੀ ਹੈ ਜਿਹੜਾ ਕਾਲ ਤੋਂ ਰਹਿਤ ਹੈ, ਜਿੰਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਕਿਉਂਕਿ ਜਿੰਦੇ ਤੇ ਸਮੇਂ ਦਾ ਪ੍ਰਭਾਵ ਹੈ
ਇਹਦਾ ਮਤਲਬ ਉਹ ਸੰਸਾਰ ਦੇ ਵਿੱਚ ਆਇਆ ਜ਼ਰੂਰ, ਇੱਕ ਦਿਨ ਖਤਮ ਹੋਏਗਾ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਮੇਂ ਦਾ ਪ੍ਰਭਾਵ ਕਿਉਂ ਨਹੀਂ? ਅੱਗੇ ਕਹਿੰਦੇ ਕਿਉਂਕਿ ਰੱਬ ਅਜੂਨੀ ਹੈ, ਉਹ ਜੂਨਾਂ ਦੇ ਵਿੱਚ ਆਉਂਦਾ ਹੀ ਨਹੀਂ। ਸਹਿ ਭੰਗ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਉਹਦਾ ਕੋਈ ਮਾਂ ਕੋਈ ਪਿਓ ਨਹੀਂ। ਗੁਰ ਪ੍ਰਸਾਦ ਔਰ ਐਸੇ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਹ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਅੱਗੇ ਸਤਿਗੁਰੂ ਜੀ ਨੇ ਸ਼ਬਦ ਪ੍ਰਾਰੰਭ ਕੀਤਾ ਹੈ, ਰਾਗ ਸੂਹੀ ਮਹੱਲਾ ਪਹਿਲਾ, ਚੌਪਦੇ ਘਰ ਪਹਿਲਾ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੈ ਕੋ ਜਾਵੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਮ ਘਰਾਂ ਦੀ ਬੜੀ ਸੌਖੀ ਜਿਹੀ ਉਦਾਹਰਨ ਦੇ ਕੇ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਕਿੰਨੇ ਸੌਖੇ ਢੰਗ ਨਾਲ ਜੁੜਿਆ ਜਾ ਸਕਦਾ ਹੈ, ਗੁਰੂ ਸਾਹਿਬ ਜੀ ਨੇ ਸਮਝਾਇਆ ਹੈ ਕਿ ਦੇਖੋ, ਭਾਂਡਾ ਧੋਏ ਬੈਸ ਧੂਪ ਦੇਵੋ। ਜੇ ਦੁੱਧ ਲੈਣ ਜਾਣਾ ਹੋਵੇ ਤੇ ਭਾਂਡੇ ਨੂੰ ਪਹਿਲੋਂ ਸਾਫ਼ ਕੀਤਾ ਜਾਂਦਾ ਹੈ, ਔਰ ਉਹ ਭਾਂਡਾ ਜਿਹੜਾ ਬੀਬੀਆਂ ਨੇ ਰਾਤ ਚੰਗੀ ਤਰ੍ਹਾਂ ਮਾਂਜ ਧੋ ਕੇ ਵੀ ਰੱਖਿਆ ਹੋਵੇ, ਪਰ ਸਵੇਰੇ ਜਦੋਂ ਦੁੱਧ ਚੋਣ ਜਾਣਾ ਹੈ ਜਾਂ ਕਿਤੋਂ ਲੈਣ ਜਾਣਾ ਹੈ ਤੇ ਫਿਰ ਉਹਦੇ ਵਿੱਚੋਂ ਪਾਣੀ ਜ਼ਰੂਰ ਕੱਢਿਆ ਜਾਂਦਾ ਕਿ ਇੱਕ ਵਾਰੀ ਧੋ ਲਵੋ, ਕੋਈ ਕੀੜਾ ਪਤੰਗਾ ਨਾ ਫਿੜ ਗਿਆ ਹੋਵੇ। ਕਿਉਂਕਿ ਜੇ ਭਾਂਡਾ ਮਾੜਾ ਮੋਟਾ ਵੀ ਕਿਤੇ ਵਿੱਚ ਕੋਈ ਕੀਟਾਣੂ ਰਹਿ ਗਿਆ ਤੇ ਬੀਬੀਆਂ ਜਾਣਦੀਆਂ ਨੇ ਉਹ ਸਾਰੇ ਦਾ ਸਾਰਾ ਦੁੱਧ ਖਰਾਬ ਹੋ ਜਾਣਾ ਹੈ। ਹੁਣ ਇੱਥੇ ਭਾਂਡਾ ਕਿਹੜਾ ਹੈ, ਧੋਣਾ ਕਿਹਨੂੰ ਹੈ? ਇੱਕ ਤੇ ਭਾਂਡਾ ਗੁਰੂ ਸਾਹਿਬ ਜੀ ਨੇ ਇਸ ਸਰੀਰ ਨੂੰ ਵੀ ਕਿਹਾ ਹੈ, ਪਰ ਇਹ ਸਰੀਰ ਰੂਪੇ ਭਾਂਡਾ ਜਿਹੜਾ ਕੋਈ ਨਹੀਂ ਧੋ ਸਕਦਾ। ਇਹ ਸਤਿਗੁਰੂ ਦਾ ਪਾਵਨ ਬਚਨ ਹੈ ਜੀ, ਉੱਤੋਂ ਤੋਂ ਤਾਂ ਸਾਫ਼ ਹੋ ਜਾਏਗਾ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਂਡਾ ਧੋਵੈ ਕੌਣ, ਜਾਂ ਕੱਚਾ ਸਾਜਿਆ। ਹੈ ਤਾਂ ਕੱਚੀ ਮਿੱਟੀ ਦਾ ਹੀ ਨਾ, ਇਹ ਉੱਤੋਂ ਤੋਂ ਸਾਫ਼ ਜ਼ਰੂਰ ਹੋ ਜਾਏਗਾ ਪਰ ਅੰਦਰੋਂ ਇਹ ਕਦੇ ਸਾਫ਼ ਨਹੀਂ ਹੁੰਦਾ। ਅੰਦਰ ਤੇ ਹੈ ਹੀ ਗੰਦਗੀ, ਜੇ ਅੰਦਰੋਂ ਸਾਫ਼ ਕਰਨ ਦਾ ਯਤਨ ਕਰੀਏ। ਇੱਕ ਭਾਂਡਾ ਸਰੀਰ ਰੂਪੀ ਹੈ, ਇੱਥੇ ਭਾਂਡਾ ਹਿਰਦੇ ਰੂਪੀ ਦੀ ਗੱਲ ਕੀਤੀ ਕਿ ਜੇ ਅੰਦਰ ਦੁੱਧ ਟਿਕਾਉਣਾ ਹੈ, ਅੰਦਰ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਰੂਪੀ ਦੁੱਧ ਨੂੰ ਤੂੰ ਲੈਣ ਜਾਣਾ ਹੈ, ਤੇ ਸਭ ਤੋਂ ਪਹਿਲੀ ਗੱਲ ਅੰਦਰ ਦਾ ਭਾਂਡਾ ਸਾਫ਼ ਕਰ। ਤੇ ਅੰਦਰ ਦਾ ਭਾਂਡਾ ਸਾਫ਼ ਕਿਵੇਂ ਹੋਣਾ ਹੈ? ਜਿਹੜੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਈਰਖਾ ਦਵੈਸ਼ ਇਹ ਵਿਕਾਰ ਅੰਦਰ ਭਰੇ ਬੈਠੇ ਨੇ ਨਾ, ਅੰਦਰ ਕੂੜਾ ਕਬਾੜਾ ਸਾਰਾ ਬਾਹਰ ਕੱਢ, ਫਿਰ ਦੁੱਧ ਲੈਣ ਜਾਈ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਕਿ ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਜੇ ਨਾਮ ਰੂਪੀ ਦੁੱਧ ਲੈਣ ਤੁਰਿਆ ਹੈ ਤੇ ਅੰਦਰ ਇਹ ਹੋਮੈ ਤੇ ਇਹ ਵਿਕਾਰ, ਇਹ ਅੰਦਰੋਂ ਗੰਦਗੀ, ਇਹਨੂੰ ਸਾਫ਼ ਕਰ, ਅੰਦਰ ਦੇ ਭਾਂਡੇ ਨੂੰ ਧੋ, ਤਾਂ ਭਾਈ ਦੁੱਧ ਲੈਣ ਜਾਈ। ਹੁਣ ਸਤਿਗੁਰੂ ਜੀ ਨੇ ਫਿਰ ਅੱਗੇ ਉਦਾਹਰਣ ਦਿੱਤੀ, ਕਹਿੰਦੇ ਦੂਧ ਕਰਮ ਪੁਣ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ। ਪਹਿਲੀ ਗੱਲ ਹੈ ਕਿ ਭਾਂਡੇ ਨੂੰ ਅੰਦਰੋਂ ਸਾਫ਼ ਕਰ। ਹੁਣ ਕਈ ਵਾਰੀ ਇਹ ਵੀ ਕਿਹਾ ਜਾਂਦਾ ਕਿ ਜਦੋਂ ਨਾਮ ਆਵੇਗਾ, ਰੱਬ ਆਵੇਗਾ, ਭਾਂਡਾ ਤਾਂ ਸਾਫ਼ ਹੋਣਾ ਹੀ। ਤਾਂ ਇਹ ਕੋਈ ਸ਼ੱਕ ਨਹੀਂ, ਹੋਣਾ ਤਾਂ ਹੀ ਸਾਫ਼ ਹੈ, ਪਰ ਘੱਟੋ ਘੱਟ ਸਾਨੂੰ ਉਦਮ ਪਹਿਲੋਂ ਕਰਨਾ ਪਏਗਾ, ਤਿਆਰੀ ਕਰਨੀ ਪੈਣੀ। ਸੇਖ ਸਾਧੀ ਹੋਏ ਔਰ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਰੋਜ਼ ਰੱਬ ਨੂੰ ਯਾਦ ਕਰਦੇ ਸਾਂ ਕਿ ਖੁਦਾ ਆ, ਖੁਦਾ ਘਰ ਵਿੱਚ ਆ ਕੇ ਮਿਲ, ਕਦੇ ਆ ਤੇ ਸਹੀ। ਪਰ ਇੱਕ ਦਿਨ ਅਚਾਨਕ ਖੁਦਾ ਆਇਆ ਤੇ ਸੇਖ ਸਾਧੀ ਕਹਿੰਦੇ ਨੇ ਜਦੋਂ ਮੈਂ ਅੰਦਰ ਦਾ ਦਰਵਾਜ਼ਾ ਖੋਲ੍ਹਿਆ, ਬਾਹਰ ਦੇ ਦਰਵਾਜ਼ੇ ਤੇ ਹੋ ਸਕਦਾ ਖੁੱਲ੍ਹੇ ਰਹਿਣ ਜਾਂ ਬੰਦ ਰਹਿਣ, ਪਰ ਜਦੋਂ ਅੰਦਰ ਦਾ ਦਰਵਾਜ਼ਾ ਆਇਆ, ਖੋਲ੍ਹਿਆ, ਜਿਹਨੂੰ ਗੁਰੂ ਸਾਹਿਬ ਜੀ ਵੀ ਕਹਿੰਦੇ ਨੇ ਕਿ ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਉਹ ਕਰਤਾ ਜਦੋਂ ਘਰ ਵਿੱਚ ਆਇਆ, ਦਰਵਾਜ਼ਾ ਖੋਲ੍ਹਿਆ। ਪਰ ਸੇਖ ਸਾਧੇ ਕਹਿੰਦੇ ਨੇ ਜਦੋਂ ਦਰਵਾਜ਼ਾ ਖੋਲ੍ਹਿਆ, ਕਰਤੇ ਨੂੰ ਵੇਖ ਕੇ, ਰੱਬ ਨੂੰ, ਖੁਦਾ ਨੂੰ ਵੇਖ ਕੇ, ਅੰਦਰ ਜਿਹੜਾ ਕਾਮ ਸੀ, ਕ੍ਰੋਧ ਸੀ, ਲੋਭ ਮੋਹ ਹੰਕਾਰ, ਇਹ ਫਟਾਫਟ ਭੱਜਣ ਵਾਸਤੇ ਤਿਆਰ ਹੋ ਗਏ। ਜਿਹੜੇ ਦਰਵਾਜ਼ੇ ਥਣੀ ਰੱਬ ਆਇਆ ਹੈ, ਉਸੇ ਦਰਵਾਜ਼ੇ ਥਣੀ ਇਹ ਬਾਹਰ ਨੂੰ ਜਾਣ ਲੱਗੇ।
ਤੇ ਕਹਿੰਦੇ ਉਹਨਾਂ ਤੋਂ ਅੱਗੇ ਅੱਗੇ ਖੁਦਾ ਲੱਗ ਕੇ ਤੁਰ ਪਿਆ। ਇਹ ਤੇ ਬਾਹਰ ਨਿਕਲਣ ਲੱਗੇ, ਖੁਦਾ ਪਹਿਲੋਂ ਨਿਕਲ ਗਿਆ। ਔਰ ਉਹ ਸ਼ੇਖ ਸਾਹਿਬ ਦੀ ਕਹਿੰਦੇ ਸਮਝਾਉਣ ਵਾਸਤੇ ਹੁੰਦੇ ਨੇ, ਦੇਖੋ ਕਿ ਜਦੋਂ ਆਵਾਜ਼ ਮਾਰ ਕੇ ਪੁੱਛਿਆ ਕਿ ਖੁਦਾ ਹੁਣ ਕਿਉਂ, ਜੇ ਆਇਆ ਤੇ ਦਰਵਾਜ਼ੇ ਦੇ ਵਿੱਚੋਂ ਵਾਪਸ ਕਿਉਂ ਪਰਤ ਚੱਲਿਆ ਹੈ? ਹੁਣ ਅੰਦਰੋਂ ਤੇ ਦੁਸ਼ਟ ਭੱਜ ਚੱਲੇ ਨੇ, ਤੁਸੀਂ ਤੇ ਆਓ। ਔਰ ਉਹ ਸ਼ੇਖ ਸਾਹਿਬ ਦੇ ਉੱਥੇ ਲਿਖਦਾ ਕਿ ਖੁਦਾ ਨੇ ਕੋਈ ਆਵਾਜ਼ ਦੇ ਕੇ ਕਿਹਾ ਕਿ ਨਹੀਂ। ਦੇਖੋ ਘਰ ਦੇ ਵਿੱਚ ਤੇ ਕਿਸੇ ਪ੍ਰਾਹੁਣੇ ਨੇ ਆਉਣਾ ਹੋਵੇ, ਜਵਾਈ ਭਾਈ ਨੇ ਆਉਣਾ ਹੋਵੇ, ਕਿਸੇ ਮਾਸੜ ਫੁੱਫੜ ਨੇ ਆਉਣਾ ਹੋਵੇ, ਕੋਈ ਖਾਸ ਪ੍ਰਾਹੁਣਾ ਕੋਈ ਵੀ ਆਉਣਾ ਹੋਵੇ, ਤੇ ਬੀਬੀਆਂ ਨੂੰ ਉਦੋਂ ਹੁੰਦਾ ਕਿ ਜੇ ਥੋੜ੍ਹੀ ਬਹੁਤੀ ਸਫਾਈ ਹੋਰ ਕਰਨ ਵਾਲੀ ਤਾਂ ਸਫਾਈ ਕਰ ਲਈਏ। ਪ੍ਰਾਹੁਣੇ ਨੇ ਆਉਣਾ, ਤਿਆਰੀ ਕਰਕੇ ਰੱਖੀਏ ਕਿ ਲੰਗਰ ਦਾ ਸਮਾਂ ਹੈ, ਚਾਹ ਪਾਣੀ ਦਾ ਸਮਾਂ, ਤਿਆਰੀ ਪਹਿਲੋਂ ਕਰਕੇ ਰੱਖਦੇ ਨੇ ਨਾ, ਜੀ ਆਇਆਂ ਕਹਿਣਾ ਹੈ। ਭਾਈ ਖੁਦਾ ਰੱਬ ਤੇਰੇ ਘਰ ਵਿੱਚ ਆਉਣ ਵਾਲਾ ਹੈ, ਤੂੰ ਪਹਿਲੋਂ ਤਿਆਰੀ ਕੀ ਕੀਤੀ? ਕਿਉਂਕਿ ਉਦਮ ਤਾਂ ਬੰਦੇ ਨਹੀਂ ਕਰਨਾ, ਔਰ ਗੁਰੂ ਸਾਹਿਬ ਨੇ ਬਾਰ-ਬਾਰ ਸਮਝਾਇਆ ਸਿੱਖਾ, ਇਹ ਉਦਮ ਤੂੰ ਕਰਨਾ ਹੈ। ਅੰਦਰ ਦੀ ਸਫਾਈ ਕਰਨ ਦਾ ਉਦਮ ਘੱਟੋ ਘੱਟ ਤੂੰ ਕਰ, ਰੱਬ ਆਪੇ ਆਏਗਾ। ਕਿ ਤੂੰ ਤਿਆਰੀ ਕਿਹੜੀ ਕੀਤੀ ਕਿ ਮੇਰੇ ਖੁਦਾ ਨੂੰ ਰੋਜ਼ ਜਿਹਨੂੰ ਯਾਦ ਕਰਨਾ ਸੀ, ਅੰਦਰੋਂ ਇਹਨਾਂ ਨੂੰ ਕੱਢਣ ਦਾ ਕਦੇ ਯਤਨ ਕੀਤਾ? ਔਰ ਇਹ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਹੇ ਨੇ ਕਿ ਜਦੋਂ ਐਸੇ ਪ੍ਰਾਹੁਣੇ ਨੇ ਤੇ ਜਿਹੜਾ ਸਭ ਤੋਂ ਖਾਸ ਹੋਵੇ ਰੱਬ ਪਰਮੇਸ਼ਰ ਰੂਪੀ ਪਤੀ, ਉਹਨੇ ਘਰ ਆਉਣਾ ਹੋਵੇ ਤੇ ਤਿਆਰੀ ਪਹਿਲੋਂ ਕੀਤੀ ਜਾਂਦੀ। ਤੇ ਕਿਵੇਂ? ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ, ਸਖੀ ਮਿਲੋ ਮਿਲ ਮੰਗਲ ਗਾਵੋ, ਹਮ ਘਰ ਸਾਜਣ ਆਏ। ਸੱਜਣ ਨੇ ਆਉਣਾ ਸਾਡੇ ਘਰ। ਗੁਰਮੁਖ ਜਨੋ ਸਖੀਓ ਸਹੇਲੋ, ਮਿਲ ਕੇ ਸ਼ਬਦ ਨੂੰ ਗਾਓ, ਖੁਸ਼ੀ ਦੇ ਗੀਤ ਗਾਵੋ, ਉਹਨੂੰ ਜੀ ਆਇਆਂ ਕਹਿਣਾ ਹੈ। ਔਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਨੇ ਪਾਵਨ ਕਿਰਪਾ ਤਾਂ ਹੀ ਕੀਤੀ ਕਿ ਹੁਣ ਕਰਤੇ ਨੇ ਘਰ ਆਉਣਾ ਪਈ। ਜਿਹੜੇ ਕਿਲਵਿਖ ਨੇ, ਦੁਸ਼ਟ ਨੇ, ਪਾਪੀ ਨੇ, ਅੰਦਰੋਂ ਉਹਨਾਂ ਨੂੰ ਵੰਗਾਰ ਕੇ ਕਹਿ ਦਿੱਤਾ ਹੁਣ ਨਿਕਲ ਜਾਓ। ਅੰਦਰ ਦੀ ਸਫਾਈ ਕਰਨੀ, ਅੰਦਰ ਰੱਬ ਨੇ ਆਉਣਾ ਹੈ। ਨਸ ਵੰਜੋ ਕਿਲ ਵਿਖੋ, ਕਰਤਾ ਕਰ ਆਇਆ, ਦੁੱਤੈ ਦਹਿਨ ਭਇਆ, ਗੋਬਿੰਦ ਪ੍ਰਗਟਾਇਆ। ਇਹ ਤਿਆਰੀ ਸਤਿਗੁਰੂ ਜੀ ਕਹਿੰਦੇ ਨੇ ਭਾਈ ਤੂੰ ਪਹਿਲੋਂ ਕਰ। ਉਹ ਕਰਤਾ ਘਰ ਵਿੱਚ ਆਏਗਾ, ਪਹਿਲੋਂ ਅੰਦਰ ਦੇ ਭਾਂਡੇ ਨੂੰ ਸਾਫ਼ ਕਰ। ਭਾਂਡਾ ਧੋਏ ਬੈਸ ਧੂਪ ਦੇਵੋ। ਹੁਣ ਧੂਪ ਦੇਣ ਦੇ ਅਰਥ ਕਈਆਂ ਨੇ ਇਹ ਵੀ ਕੱਢ ਲਿਖਿਆ, ਜਿਹੜੀ ਅਗਰਬੱਤੀ ਦਿਖਾਈ ਜਾਂਦੀ ਹੈ, ਇਹ ਜਿਹੜੀ ਧੂਪ ਦਿਖਾਈ ਜਾਂਦੀ ਸ਼ਾਇਦ ਇਹਨੂੰ ਕਿਹਾ ਹੈ। ਕਿਉਂਕਿ ਸਤਿਗੁਰੂ ਜੀ ਨੇ ਸਾਡੇ ਘਰਾਂ ਦੇ ਉਦਾਹਰਣ ਦਿੱਤੇ, ਔਰ ਬਜ਼ੁਰਗ ਤੇ ਇਸ ਗੱਲ ਨੂੰ ਜਾਣਦੇ ਨੇ ਕਿ ਜਿਹੜੀ ਕਾੜ੍ਹਨੀ ਦੇ ਵਿੱਚ ਦੁੱਧ ਗਰਮ ਕੀਤਾ ਜਾਂਦਾ ਸੀ, ਜਾਂ ਜਿਹਦੇ 'ਚ ਲੱਸੀ ਪਾ ਕੇ ਰੱਖੀ ਜਾਂਦੀ ਸੀ, ਚਾਟੀ ਸ਼ਬਦ ਵਰਤਿਆ ਜਾਂਦਾ ਸੀ ਕਿ ਦਹੀਂ ਜਮਾਉਣਾ, ਇਹਦੇ ਵਿੱਚ ਦੁੱਧ ਪਾਉਣਾ ਹੈ, ਚੰਗੀ ਤਰ੍ਹਾਂ ਪਹਿਲੋਂ ਤੋਂ ਉਹਨੂੰ ਮਾਂਜਣਾ, ਫਿਰ ਗੋਹਿਆਂ ਦੀ ਧੂਣੀ ਦਿਖਾ ਕੇ ਉਹ ਧੂੰਆਂ ਦੇਣਾ ਕਿ ਅੰਦਰ ਕਿਸੇ ਤਰ੍ਹਾਂ ਦੀ ਲੱਸੀ ਦੀ ਉਹ ਜਿਹੜੀ ਸਮੈਲ ਵਗੈਰਾ ਰਹਿ ਨਾ ਜਾਏ। ਹੁਣ ਅੰਦਰ ਇਹ ਵਿਕਾਰਾਂ ਦੀ ਸਮੈਲ ਨਾ ਰਹਿ ਜਾਵੇ, ਭਾਂਡੇ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼, ਧੂਪ ਕਿਹੜੀ ਦੇਣੀ ਹੈ ਜੀ? ਕਿ ਅੰਦਰ ਚੰਗੀ ਤਰ੍ਹਾਂ ਵਿਚਾਰ ਕਰਨੀ ਕਿ ਅੱਜ ਕਿਹੜਾ ਮਾੜਾ ਵਿਚਾਰ ਆਇਆ ਉਹਨੂੰ ਕੱਢ ਕੇ ਬਾਹਰ ਸੁੱਟ, ਤਾਂ ਦੁੱਧ ਲੈਣ ਜਾਈ। ਔਰ ਫਿਰ ਅਗਲੀ ਕਿਰਪਾ ਕੀਤੀ, ਕਹਿੰਦੇ ਦੂਧ ਕਰਮ ਪੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ। ਦੁੱਧ ਲੈ ਵੀ ਆਂਦਾ, ਚੋਕ ਲੈ ਆਏ। ਪਰ ਇਹ ਨਹੀਂ ਨਾ ਹੁਣ ਕਿ ਦੁੱਧ ਲਿਆਉਂਦਿਆਂ ਸਾਰ ਉਸੇ ਵੇਲੇ ਮਧਾਣੀ ਪਾਓ ਤੇ ਕਹਿ ਦੀ ਮੱਖਣ ਨਿਕਲ ਆਏਗਾ। ਹੁਣ ਦੁੱਧ ਜੋ ਕੇ ਲਿਆਂਦਾ ਹੈ ਉਹਨੂੰ ਗਰਮ ਕਰਨਾ ਪਏਗਾ, ਫਿਰ 5-7 ਘੰਟੇ ਰਾਤ ਨੂੰ ਐਨ ਬਿਨਾਂ ਹਿਲਾਏ ਤੋਂ ਇੱਕ ਥਾਂ 'ਤੇ ਟਿਕਾ ਕੇ ਰੱਖਣਾ ਪਏਗਾ। ਫਿਰ ਦਹੀਂ ਬਣੇਗਾ, ਔਰ ਦਹੀਂ ਦੇ ਵਿੱਚ ਫਿਰ ਉਹ ਮਧਾਣੀ ਪਾਈ ਜਾਂਦੀ ਹੈ, ਫਿਰ ਮੱਖਣ ਆਏਗਾ, ਫਿਰ ਉਹਦੇ ਵਿੱਚੋਂ ਤੱਤ ਘਿਓ ਨਿਕਲੇਗਾ, ਗਰਮ ਕਰਨਾ ਪਏਗਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਇਹ ਕਰਮਾਂ ਦਾ ਦੁੱਧ, ਤੇ ਇਹਦੇ ਵਿੱਚ ਜਾਗ ਕੀ ਲਾਉਣੀ ਹੈ? ਦੂਧ ਕਰਮ। ਕਰਮ ਕੀ ਨੇ ਜੀ? ਸਾਡੇ ਜਿਹੜੇ ਕੀਤੇ ਹੋਏ ਕੰਮ ਨੇ, ਸਾਡੇ ਕੀਤੇ ਹੋਏ ਯਤਨ ਨੇ, ਅਸਲ ਵਿੱਚ ਇਹ ਦੁੱਧ ਹੈ। ਔਰ ਦੇਖੋ ਦੁੱਧ 99 ਕਿਲੋ ਹੋਏ, ਤੇ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਜਾਗ ਵੀ 99 ਕਿਲੋ, ਦਹੀਂ ਵੀ 99 ਕਿਲੋ ਚਾਹੀਦਾ ਹੈ। ਦੁੱਧ ਬਹੁਤ ਸਾਰਾ ਹੁੰਦਾ ਹੈ, ਪਰ ਜਾਗ
ਉਹਦੇ ਵਿੱਚ ਥੋੜ੍ਹੀ ਜਿਹੀ ਲਾਈ ਜਾ ਸਕਦੀ ਹੈ। ਇਹ ਕਹੀਏ ਕਿ 99 ਕਿਲੋ ਦੁੱਧ ਹੋਵੇ, ਕਿਲੋ ਅੱਧਾ ਕਿਲੋ ਉਹਦੇ 'ਚ ਜਾਗ ਲੱਗਦੀ ਹੈ। ਉਹ ਜਾਗ ਕਹਿ ਲਈਏ ਕਿ ਸਾਡੇ ਭਾਗਾਂ ਦੀ ਹੈ, ਉਹ ਜਾਗ ਕਹਿ ਲਈਏ ਕਿ ਗੁਰੂ ਦੀ ਕਿਰਪਾ ਦੀ ਹੈ। ਪਰ 99% ਸਾਡਾ ਆਪਣਾ ਉਦਮ ਤੇ ਸਾਡੇ ਕੀਤੇ ਹੋਏ ਕਰਮ ਨੇ। ਇਹ ਦੁੱਧ ਹੈ। ਦੁੱਧ ਹੋਵੇ ਤੇ ਜਾਗ ਜ਼ਰੂਰੀ ਹੈ। ਉਹ ਜਾਗ ਭਾਗਾਂ ਦੀ ਹੈ। ਭਾਗਾਂ ਦੇ ਵਿੱਚ ਹੋਏ ਤੇ ਉਹ ਜਾਗ ਲੱਗਦੀ ਹੈ। ਜੇ ਭਾਗ ਵੀ ਨਾ ਹੋਣ, ਕਰਮ ਤੇ ਕਰ ਲਏ 99 ਕਿਲੋ, ਸਮਝੋ 99% ਕਰਮ ਅਸੀਂ ਬੜੇ ਕੀਤੇ ਧਰਮ ਦੇ, ਪਰ ਭਾਗ ਹੀ ਨਹੀਂ, ਤੇ ਫਿਰ ਉਹ ਦੁੱਧ ਜੰਮੇ ਕਿਵੇਂ? ਔਰ ਸਤਿਗੁਰੂ ਕਹਿੰਦੇ ਨੇ ਬਸ ਫਿਰ ਗੁਰੂ ਅੱਗੇ ਅਰਦਾਸ ਕਰ। ਜੇ ਭਾਗ ਨਹੀਂ ਤਾਂ ਉੱਥੇ ਅਰਦਾਸ ਕੰਮ ਕਰੇਗੀ। ਜੇ ਅਰਦਾਸ ਕਰਕੇ ਵੀ ਨਹੀਂ ਮਿਲਦਾ, ਨਹੀਂ ਜੰਮਦਾ, ਤੇ ਫਿਰ ਰਜਾ ਵਿੱਚ ਰਹਿਣਾ ਸਿੱਖ। ਬਸ ਅਸਲ ਵਿੱਚ ਇਹ ਜਾਗ ਲਾਉਣੀ ਹੈ। ਹੁਣ ਦੂਧ ਕਰਮ ਕੀਤੇ ਹੋਏ ਕਰਮ ਦੁੱਧ ਨੇ, ਪੁੰਨ। ਉਸ ਤੋਂ ਬਾਅਦ ਕੀ ਦੁੱਧ ਹੋਵੇ, ਤੇ ਦੁੱਧ ਤੋਂ ਬਾਅਦ ਕੀ ਕਰਮ ਤੇ ਦੁੱਧ ਨੇ। ਫਿਰ ਕਹਿੰਦੇ ਸੁਰਤ ਸਮਾਇਣ। ਸਮਾਇਣ ਦਾ ਅਰਥ ਹੁੰਦਾ ਜਾਗ। ਇਹ ਜਿਹੜੀ ਸੁਰਤ ਹੈ ਇਹਦੀ ਜਾਗ ਲਾਉਣੀ ਹੈ। ਜਿਹੜੇ ਤੂੰ ਕਰਮ ਕੀਤੇ ਧਰਮ ਦੇ ਨਾਂ 'ਤੇ, ਸੰਸਾਰ ਦੇ ਨਾਂ 'ਤੇ, ਭਾਵੇਂ ਕਾਰੋਬਾਰ ਕੀਤਾ, ਉਹਦੇ ਵਿੱਚ ਸੁਰਤ ਜੋੜ, ਧਿਆਨ ਜੋੜ। ਇਹ ਜਾਗ ਲਾਉਣੀ ਹੈ। ਤੇ ਫਿਰ ਧਰਮ ਦੇ ਕਰਮ ਕਰਕੇ ਉਹਦੇ ਵਿੱਚ ਸੁਰਤ ਜੋੜ ਕੇ ਇਹ ਨਾ ਸਮਝੀ ਕਿ ਮੈਨੂੰ ਹੁਣੇ ਮਿਲ ਜੇ, ਹੁਣੇ ਪ੍ਰਾਪਤ ਹੋ ਜੇ। ਹੋਏ ਨਿਰਾਸ ਜਮਾਵੂ। ਨਿਰਾਸ, ਆਸ ਨਹੀਂ ਰੱਖਣੀ ਕਿ ਮੈਨੂੰ ਕੁਝ ਮਿਲੇਗਾ। ਬਸ ਉਹਨੂੰ ਜਮਾ ਦੇ, ਟਿਕਾ ਦੇ। ਇਹਦਾ ਭਾਵ ਕਿ ਕਰਮ ਕਰ, ਧਿਆਨ ਦੇ ਨਾਲ ਕਰ, ਸੁਰਤ ਜੋੜ ਕੇ ਰੱਖ। ਅਗਲੀ ਜਿਹੜੀ ਬਖਸ਼ਿਸ਼ ਹੈ ਉਹ ਗੁਰੂ ਤੇ ਛੱਡ। ਮਾਇਆ ਦੇ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਰਹੇ। ਹੁਣ ਇਸ ਤੋਂ ਅਗਲਾ ਕੰਮ ਕੀ ਕਰਨਾ ਹੈ? ਗੁਰੂ ਸਾਹਿਬ ਜੀ ਨੇ ਜੋ ਰਹਾਉ ਦੀਆਂ ਪੰਕਤੀਆਂ ਵਿੱਚ ਪਾਵਨ ਬਚਨ ਕਹੇ ਨੇ, ਸ਼ਬਦ ਦਾ ਕੇਂਦਰੀ ਭਾਵ ਹੀ ਹੈ। ਕਹਿੰਦੇ ਜਪੋ ਤਾਂ ਇੱਕੋ ਨਾਮਾ। ਨਿਰਾਸ਼ ਕਿਵੇਂ ਹੋਣਾ ਜੀ? ਮਾਇਆ ਦੇ ਵਿੱਚ ਰਹਿ ਕੇ ਮਾਇਆ ਤੋਂ ਨਿਰਾਸ਼ ਕਿਵੇਂ ਰਹਿਣਾ ਹੈ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਅਸਲ ਵਿੱਚ ਜਿਹੜਾ ਤੇਰਾ ਕੋਈ ਕਰਮ ਹੈ ਨਾ, ਜੇ ਕੋਈ ਵਿਸ਼ੇਸ਼ ਤੌਰ 'ਤੇ ਤੇਰੇ ਕੰਮ ਆਉਣ ਵਾਲਾ ਕਰਮ ਹੈ, ਤੇ ਉਹ ਹੈ ਨਾਮ। ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕੰਮ। ਹੋਰ ਭਾਵੇਂ ਧਰਮ ਦੇ ਨਾਂ 'ਤੇ ਜਿੰਨੇ ਮਰਜ਼ੀ ਕਰਮ ਕੀਤੇ ਹੋਣ, ਜੇ ਨਾਮ ਨਹੀਂ ਤੇ ਸਤਿਗੁਰੂ ਕਹਿੰਦੇ ਉਹਨਾਂ ਦਾ ਫਲ ਕੋਈ ਨਹੀਂ ਮਿਲਣਾ, ਸਾਰੇ ਨਿਰਫਲ ਨੇ। ਅਵਰ ਨਿਰਾਫਲ ਕੰਮ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੋ ਪਾਵਨ ਬਚਨ ਕਹਿੰਦੇ ਨੇ ਕਿ ਬਿਲਕੁਲ ਸੱਚ ਗੁਰੂ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਐ ਖੋਹੇ। ਜਿੰਨੇ ਮਰਜ਼ੀ ਤੂੰ ਧਰਮ ਦੇ ਕਰਮ ਕੀਤੇ ਹੋਣ, ਜਿੰਨੇ ਮਰਜ਼ੀ ਲੰਗਰ ਲਾਏ ਹੋਣ, ਜਿੰਨਾ ਮਰਜ਼ੀ ਗਰੀਬਾਂ ਨੂੰ ਦਾਨ ਕੀਤਾ ਹੋਵੇ, ਪਰ ਜੇ ਨਾਮ ਨਹੀਂ ਤੇ ਇਹ ਕੀਤੇ ਹੋਏ ਕਰਮ ਕਿਸੇ ਵੀ ਕੰਮ ਨਹੀਂ, ਕਿਸੇ ਲਿਖੇ ਨਹੀਂ। ਹੁਣ ਸਤਿਗੁਰੂ ਜੀ ਨੇ ਪਾਵਨ ਬਚਨ ਕਰਕੇ ਜਿੱਥੇ ਸਮਝਾਇਆ, ਨਾਮ ਜਪੋ ਤਾਂ ਇੱਕੋ ਨਾਮਾ। ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੁਖਮਨੀ ਸਾਹਿਬ ਦੇ ਵਿੱਚ ਸਾਨੂੰ ਰੋਜ਼ ਕਹਿੰਦੇ ਨੇ ਕਿ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਜਿੱਥੇ ਕਿਸੇ ਨੇ ਨਾ ਮਾਂ ਨੇ, ਪਿਓ ਨੇ, ਮਿੱਤਰ ਨੇ, ਭੈਣ ਭਰਾ ਨੇ, ਕਿਸੇ ਨੇ ਮਦਦਗਾਰ ਨਹੀਂ ਹੋਣਾ, ਉੱਥੇ ਕੇਵਲ ਇੱਕ ਨਾਮ ਹੈ ਜਿਹੜੇ ਤੇਰੀ ਸਹਾਇਤਾ ਕਰੇਗਾ। ਜਪੋ ਤਾਂ ਇੱਕੋ ਨਾਮਾ। ਕਿਉਂ ਜਪਣਾ? ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਨਾਮ ਸੰਗ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਿੱਥੇ ਏਡੇ ਏਡੇ ਭਿਆਨਕ ਜਮਦੂਤ ਨੇ, ਉੱਥੇ ਕੇਵਲ ਤੇ ਕੇਵਲ ਇੱਕ ਨਾਮ ਹੈ ਜਿਹਨੇ ਤੇਰੇ ਨਾਲ ਜਾਣਾ ਤੇ ਇਹਨਾਂ ਤੋਂ ਬਚਾਉਣਾ ਹੈ। ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਹੇ ਉਭਾਰੀ। ਜਿੱਥੇ ਕਹਿੰਦੇ ਏਡੀ ਵੱਡੀ ਮੁਸ਼ਕਲ ਆਣ ਬਣੇ ਕਿ ਕੋਈ ਸਾਥ ਨਾ ਦੇਵੇ, ਉੱਥੇ ਇੱਕ ਖਿਣ ਵਿੱਚ ਰੱਬ ਦਾ ਜਪਿਆ ਹੋਇਆ ਨਾਮ ਹੈ ਜਿਹਨੇ ਮੁਸ਼ਕਲਾਂ ਤੋਂ ਉਭਾਰ ਲੈਣਾ ਹੈ। ਅਨਕ ਪੁਨਹ ਚਰਨ ਕਰਤ ਨਹੀਂ ਤਰਾ। ਬੜੇ ਕਰਮ ਕੀਤੇ, ਅਨੇਕ ਕੀਤੇ, ਪਰ ਗੁਰੂ ਸਾਹਿਬ ਜੀ ਕਹਿੰਦੇ ਪਈਏ ਮੈਂ ਤਰਿਆ ਨਹੀਂ ਜਾਣਾ। ਕਿਉਂ? ਜੇ ਹਰ ਕੋ ਨਾਮ ਕੋਟ ਪਾਪ ਪਰ ਹਰੇ। ਅਨੇਕਾਂ ਕਰਮ ਕਰਕੇ ਅੰਦਰ ਦੇ ਪਾਪ ਜਾਂਦੇ ਨਹੀਂ।
पर एक रब का जपिया होया एक खिंज जिन्ना नाम जे किते वो सुरत जुड़ के जप लिया जाए तो तेरे करोड़ा पाप अंदर दे चले जाएंगे। जपो तो एको नामा जपना क्यों है, कहते अनक पुनः चरण करत नहीं तरह, हर को नाम कोट पाप पर हरै। ते पदे दे खेत गुरु साहब जी कहते ने गुरमुख नाम जपो मन मेरे, नानक पावो सुख घनेरे। कि हे मेरे मना गुरु दे सन्मुख हो जा, गुरमुख बन जा, गुरमुख होके नाम जप बड़े सुख मिलणगे। जपो ताए को नामा अवर निराफल कामा रहाओ, यह मन इटे हाथ करो पुण नेत्रों नींद न आवे। हुण सतगुरु जी ने पूरा ही तरीका दस्या, दुध भी लै जांदा, गर्म भी कर लिया, उन्होंने सुरत की जाग भी ला दी। तो जाग लाने तो बाद फिर बीबियां उस दुध नूं रिड़कदियां भी ने जिहड़ा दही बन चुकिया है। हुण रिड़कना किवें है जी, क्योंकि बीबियां जानदियां ने कि हत्थां दे विच इट्टियां फड़ियां जांदियां सन, वो पैर ला के इट्टियां नूं कदे सज्जे ते कदे खब्बे हत्थ नाल खिंचना, हौली हौली खिंचना, हौली हौली रिड़कना। हुण सतगुरु कहंदे ने बस इस मन नूं वो इट्टियां बनाओ, मन नूं घुट के फड़ना किवें है, इनू नेत्रा किहड़ा पाउणा। इट्टियां फड़ के एक नेत्रा पाया जांदा सी ना, मधानी दे अगले पासे एक रस्सी होर पाई जांदी सी कि जदों खिंचना मधानी अगले पासे ना आवे। हुण इस मन नूं वो नेत्रा किहड़ा पाउणा, गुरु दे शब्द दा मन नूं रोक के रखना है। कहंदे ये मन इट्टे हाथ करो, इस मन नूं वो इट्टियां बनाओ जिवें इट्टियां हाथ नाल घुट के फड़ियां जांदियां ने। तो वो इट्टियां गुरु के शब्द दियां बनाओ, मन नूं रोको। फिर कहंदे फुन नेत्रो नींद न आवे, नेत्रा किहड़ा पाउणा है। ये नहीं कि पंज बाणियां का पाठ भी कर लिया तो सुत्ता पे पता लग्या कि पंज बाणियां हो भी गईयां। इन्हां अखां दे विच वो गाफलता दी नींद ना आवे, अंदर दियां अखां जिहड़ियां ने भाव नींद तो भाव के सुचेत रहे। हुण सतगुरु कहंदे ने ये नेत्रा पाउणा कि अखां दे विच वो जिहड़ी काम क्रोध लोभ मोह हंकार जिहड़ी गाफलता वाली नींद कदे आवे ना। हुण इहनूं तुसीं फड़ के फिर गुरु साहब जी कहंदे ने अगे रिड़कना है। रिड़कना किवें है, मधानी तो समझ आ गई कि कदे सज्जे खिंची कदे खब्बे खिंची, पर इस अंदर दे उस दही नूं किवें रिड़कना अगे समझाउंदे ने। रसना नाम जपो तब मथिया, मथिया दर्थ रिड़कना। रसना नाम जपो तब मथिया, रसना दे नाल जिहड़ा तू वाहिगुरू 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 जपना है ना, जिन्हों भावें तोता रटन कहा जाता है। गुरु साहब जी कहते रिड़क, जिन्ना रिड़किया जाता रिड़क, रसना दे नाल जप जप के रिड़क। रसना नाम जपो तब मथिया, ये रिड़कना है। इन बिदे अमृत पावो, तो जदों रसना दे नाल रिड़केगा, दुध दही दे विचों तो घ्यू निकलता है, इस रिड़कन दे विचों अमृत निकलेगा, नाम अमृत निकलेगा। इस अमृत की प्राप्ति तेनों होवेगी। हुण सतगुरु जिथे किरपा करते हैं, देखो इतिहास दे विच ये जिन्हां नूं जाग लगी, जिन्हां नूं रिड़कण आया, बीबी अमरो जी रिड़कदे ने। अमृत वेले नाले मधानी पाई है, चाटी दे विच नाले मधानी पाई है, अंदर लुपी हिरदे विच वो रसना दे नाल भी रिड़क रहे ने, हत्थां नाल भी रिड़कदे ने। ते जदों रसना दे नाल रिड़क रिड़क के ये पढ़दे ने कि करने कागद मन मसवाणी, बुरा भला दोए लेख पए, और एडी मिठी सुर एडी मिठी गुरु की बाणी। धन बाबा अमरदास दे कन्नी पई, जेडे कई रातां तो सुते नहीं सन, कि एक साधु कह गया तेरा गुरु कोई नहीं, नगूरा ही फिरदा है। बस वो जाग लगी ऐसी कि बीबी अमरो जी जदों वेख के रुकदे ने, ते धन गुरु अमरदास जी कहंदे ने कि बेटा पुत्र हुण रुक ना, रिड़की जा, इस रसना दे नाल रिड़की जा। तो किवें रिड़कना है, ये बाबा कबीर जी का एक पावन बचन भी है। कहंदे हर का बिलोवना बिलोवो मेरे भाई, ते बिलोवना आप जी जानते हो,
ਬਾਂਗਰ ਦੀ ਬੋਲੀ ਹੈ ਸਾਡੇ ਹਰਿਆਣੇ ਦੀ। ਆਪਾਂ ਪੰਜਾਬੀ 'ਚ ਕਹਿੰਦੇ ਰਿੜਕਣਾ ਤੇ ਉਹ ਕਹਿੰਦੇ ਬਲੂਣਾ। ਇਸ ਦੁੱਧ ਨੂੰ ਅੰਮ੍ਰਿਤ ਰੂਪੀ ਨਾਮ ਨੂੰ ਕਿਵੇਂ ਰਿੜਕਣਾ? ਹਰ ਕਾ ਨਾਮ ਬਿਲੋਵਣਾ, ਇਹਨੂੰ ਬਿਲੋਵੋ, ਰਿੜਕੋ। ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਆਹਿਸਤਾ ਆਹਿਸਤਾ ਰਾਮ ਨਾਲ ਰਿੜਕੋ। ਔਰ ਦੇਖੋ ਬੀਬੀਆਂ ਰਿੜਕਦੀਆਂ ਸਨ ਐਨ ਆਰਾਮ ਦੇ ਨਾਲ। ਕਈ ਵਾਰੀ ਜਿਨ੍ਹਾਂ ਨੇ ਨਵਾਂ ਨਵਾਂ ਰਿੜਕਣਾ ਤੇ ਫਟਾਫਟ ਖਿੱਚ ਕੇ ਇੱਧਰ ਉੱਧਰ ਭਜਾਉਣ ਦੀ ਕੋਸ਼ਿਸ਼ ਕਰਨੀ, ਬੀਬੀਆਂ ਨੇ ਕਹਿਣਾ ਝੱਟ ਹੀ ਭੱਜ ਜਾਏਗੀ, ਇਹ ਟੁੱਟ ਜਾਏਗੀ। ਕਿ ਪੁੱਤਰ ਧੀਏ ਨੂੰ ਆਰਾਮ ਨਾਲ ਰਿੜਕ। ਇਹ ਨਾ ਹੋਵੇ ਕਿ ਤਨ ਨੂੰ ਇੰਨਾ ਦੁੱਖ ਦੇ ਦੇਵੇ ਕਿ ਤਨ ਹੀ ਜਿਹੜਾ ਤੇਰਾ ਕਿਤੋਂ ਟੁੱਟਦਾ ਭੱਜਦਾ ਫਿਰੇ। ਰਿੜਕਣਾ ਹੈ, ਸਹਿਜ ਨਾਲ ਰਿੜਕ, ਆਰਾਮ ਨਾਲ ਰਿੜਕ, ਜਿਹੜਾ ਅੰਦਰ ਟਿਕਿਆ ਵੀ ਰਹੇ। ਔਰ ਇਹ ਸਹਿਜ ਦੇ ਅਰਥ ਵੀ ਅਸੀਂ ਆਪੋ ਆਪਣੇ ਹਿਸਾਬ ਨਾਲ ਕੱਢ ਲਏ ਕਿ ਸ਼ਾਇਦ ਬਾਣੀ ਲੰਬੀਆਂ ਲੰਬੀਆਂ ਹਿੱਕਾਂ ਲਾ ਕੇ ਪੜ੍ਹੀਏ, ਹੌਲੀ ਹੌਲੀ ਪੜ੍ਹੀਏ, ਇਹ ਸਹਿਜ ਹੈ। ਹੁਣ ਸਹਿਜ ਦਾ ਭਾਵ ਹੈ ਜੋ ਕੁਛ ਤੂੰ ਪੜ੍ਹਿਆ ਹੈ, ਜੋ ਕੁਛ ਤੂੰ ਸੁਣਿਆ ਹੈ, ਕੁਝ ਨਾ ਕੁਝ ਤੇ ਅੰਦਰ ਟਿਕੇ। ਉਹ ਅੰਦਰ ਟਿਕਣਾ ਚਾਹੀਦਾ। ਤੂੰ ਸਪੀਡ ਨਾਲ ਪੜ੍ਹ ਜਾ, ਹੌਲੀ ਹੌਲੀ ਪੜ੍ਹ ਜਾ, ਪਰ ਕੁਝ ਨਾ ਕੁਝ ਟਿਕੇ ਤੇ ਸਹੀ। ਸਹਿਜ ਦਾ ਅਰਥ ਹੈ ਕਿ ਜੋ ਕੁਛ ਪੜ੍ਹਿਆ ਸੁਣਿਆ ਅੰਦਰ ਟਿਕ ਜੇ। ਬਾਬਾ ਕਬੀਰ ਜੀ ਕਹਿੰਦੇ ਨੇ ਬਿਲੋਵੋ ਭਾਈ ਸਹਿਜ ਦੇ ਨਾਲ। ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਤੇ ਹਰੀ ਕਾ ਬਿਲੋਵਣਾ ਹੈ ਕਿਵੇਂ ਰਿੜਕਣਾ ਹੈ? ਬਾਬਾ ਕਬੀਰ ਜੀ ਕਹਿੰਦੇ ਨੇ ਤਨ ਕਰ ਮਟਕੇ ਮਨ ਮਹਿ ਬਿਲੋਈ। ਇਸ ਤਨ ਨੂੰ ਮਟਕੀ ਸਮਝ, ਇਹਨੂੰ ਉਹ ਚਾਟੀ ਸਮਝ, ਤੇ ਮਨ ਦੇ ਨਾਲ ਇਹਨੂੰ ਰਿੜਕ। ਰਿੜਕਣਾ ਕਿਵੇਂ ਹੈ? ਹੁਣ ਮਨ ਇਸ ਚਾਟੀ ਦੇ ਅੰਦਰ ਤੈਨੂੰ ਰਿੜਕਣਾ ਕਿਵੇਂ ਹੈ? ਕਹਿੰਦੇ ਇਸ ਮਾਟੀ ਇਸ ਮਟਕੀ ਮੈਂ ਸ਼ਬਦ ਸੰਜੋਈ। ਇਸ ਮਟਕੇ ਦੇ ਵਿੱਚ, ਸਰੀਰ ਰੂਪੀ ਭਾਂਡੇ ਦੇ ਵਿੱਚ ਸ਼ਬਦ ਹੈ। ਮਨ ਨੂੰ ਰੋਕ ਨਾ, ਮਨ ਨੂੰ ਇਹਦੇ ਵਿੱਚ ਰਿੜਕ, ਚੰਗੀ ਤਰ੍ਹਾਂ ਕਮਾਲ, ਸ਼ਬਦ ਦੀ ਵਿਚਾਰ ਕਰ, ਬਾਰ-ਬਾਰ ਕਰ। ਇਹ ਰਿੜਕਣਾ ਹੈ। ਔਰ ਬਾਬਾ ਕਬੀਰ ਜੀ ਕਹਿੰਦੇ ਨੇ ਹਰ ਕਾ ਬਿਲੋਵਣਾ ਮਨ ਕਾ ਵਿਚਾਰਾ। ਇਹ ਰਿੜਕਣਾ ਹੈ, ਮਨ ਦੇ ਵਿਚਾਰ। ਗੁਰੂ ਗੁਰੂ ਜਿੱਥੇ ਜਪਿਆ, ਵਿਚਾਰ ਕਰਕੇ ਮੈਂ ਗੁਰੂ ਕਹਿ ਕਿਉਂ ਰਿਹਾ ਹਾਂ? ਗੁਰੂ ਦੀ ਬਾਣੀ ਪੜ੍ਹੀ ਹੈ, ਸੁਣੀ ਹੈ, ਵਿਚਾਰ ਕਰਕੇ ਬਾਣੀ ਕਹਿੰਦੀ ਕੀ ਹੈ, ਮੈਂ ਕਰਦਾ ਕੀ ਹਾਂ? ਇਹ ਰਿੜਕਣਾ ਹੈ ਨਾ ਜੀ। ਕਹਿੰਦੇ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ। ਫਿਰ ਕਹਿੰਦੇ ਹਰ ਕਾ ਬਿਲੋਵਣਾ ਮਨ ਕਾ ਵਿਚਾਰਾ, ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ। ਜਦੋਂ ਮਨ ਦੇ ਵਿੱਚ ਵਿਚਾਰ ਕਰੇਗਾ, ਗੁਰੂ ਦੀ ਕਿਰਪਾ ਨਾਲ ਉਹ ਅੰਮ੍ਰਿਤ ਦੁੱਧ ਤੇਰੇ ਅੰਦਰ ਟਿਕੇਗਾ। ਤੇ ਕੱਲਾ ਟਿਕੇਗਾ, ਧਾਰਾ ਦਾ ਅਰਥ ਦੇ ਅੰਦਰੋਂ ਉਹ ਸੋਮਾ ਫੁੱਟੇਗਾ, ਜਿਹਨੂੰ ਆਪਾਂ ਫਿਰ ਕਹਿੰਦੇ ਅੰਮ੍ਰਿਤ ਸੰਚਾਰ ਹੋਏਗਾ। ਤੇ ਸੰਚਾਰ ਦਾ ਮਤਲਬ ਫਿਰ ਉਹ ਚੱਲਦਾ ਹੀ ਰਹਿੰਦਾ, ਰੁਕਦਾ ਨਹੀਂ। ਇਸ ਢੰਗ ਨਾਲ ਰਿੜਕ, ਵਿਚਾਰ ਕਰ। ਔਰ ਅੱਗੇ ਗੁਰੂ ਸਾਹਿਬ ਜੀ ਫਿਰ ਕਿਰਪਾ ਕਰਦੇ ਨੇ। ਰਸਨਾ ਨਾਮ ਜਪੋ ਤਬ ਮਥੀਐ। ਰਸਨਾ ਦੇ ਨਾਲ ਰਿੜਕ, ਨਾਮ ਜਪ, ਇਹ ਰਿੜਕਣਾ ਹੈ। ਤੇ ਕਿਵੇਂ ਰਿੜਕਣਾ? ਜਿਹਨੂੰ ਧੰਨ ਗੁਰੂ ਅਮਰਦਾਸ ਜੀ ਸਾਨੂੰ ਰੋਜ਼ ਸਮਝਾਉਂਦੇ ਨੇ। ਇੱਕ ਪਾਵਨ ਬਚਨ ਗੁਰੂ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਇਹ ਰਸਨਾ ਦੇ ਨਾਲ ਜੇ ਤੂੰ ਰਿੜਕਿਆ ਨਹੀਂ, ਜਪਿਆ ਨਹੀਂ, ਤੇ ਇਸ ਰਸਨਾ ਦਾ ਲਾਭ ਵੀ ਕੋਈ ਨਹੀਂ। ਟੁਕੜੇ ਕਰਕੇ ਸੁੱਟ ਦੇ ਬਾਹਰ। ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀਐ। ਫਿਰ ਇਸ ਜ਼ਬਾਨ ਦੇ ਸਮਧਾਣੀ ਦਾ ਕਰਨਾ ਕੀ ਹੈ? ਇਹ ਰਸਨਾ ਜੇ ਕੇਵਲ ਦੂਜੇ ਸਵਾਦਾਂ ਦੇ ਵਿੱਚ ਲੱਗੇ, ਤੇ ਧੰਨ ਗੁਰੂ ਅਮਰਦਾਸ ਜੀ ਆਵਾਜ਼ ਮਾਰ ਕੇ ਰੋਜ਼ ਸਮਝਾਉਂਦੇ ਨੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਦੂਜੇ ਸਵਾਦਾਂ ਦੇ ਵਿੱਚ ਪੈ ਕੇ ਪਿਆਸ ਜਾਣੀ ਨਹੀਂ। ਹਾਂ ਜੇ ਤੂੰ ਚਾਹੁੰਦਾ ਜਾਏ ਤੇ ਅੰਦਰੋਂ ਫਿਰ ਰਿੜਕ। ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵੋ। ਹੁਣ ਇਸ ਤਰੀਕੇ ਨਾਲ ਉਹ ਅੰਮ੍ਰਿਤ ਨਿਕਲੇਗਾ। ਮਨ ਸੰਪਟ ਜਿਤ ਸਤਸਰ ਨਾਵਣ, ਭਾਵਨ ਪਾਤੇ ਤ੍ਰਿਪਤ ਕਰੇ। ਮਨ ਸੰਪਟ, ਸੰਪਟ ਦਾ ਅੱਖਰੀ ਅਰਥ ਵੈਸੇ ਡੱਬਾ ਹੈ, ਤੇ ਇੱਥੇ ਡੱਬੇ ਦਾ ਅਰਥ ਉਹ ਕੀਤਾ ਗਿਆ ਜਿਹੜਾ ਇੱਕ ਬ੍ਰਾਹਮਣ, ਇੱਕ ਪੁਜਾਰੀ ਆਪਣੇ ਕੋਲੋਂ ਪੂਜਾ ਵਾਲਾ ਛੋਟਾ ਜਿਹਾ ਡੱਬਾ ਰੱਖਦਾ ਹੈ। ਹੁਣ ਉਹ ਜਾਣਦੇ ਨੇ ਉਸ ਡੱਬੇ ਵਿੱਚ ਕੀ ਸੰਧੂਰ ਵਗੈਰਾ ਜਾਂ ਕੁਛ, ਜੋ ਕੁਛ ਵੀ ਰੱਖਦੇ ਹੋਣਗੇ ਪੂਜਾ ਦਾ ਸਮਾਨ।
ਇੱਥੇ ਡੱਬਾ ਤੈਨੂੰ ਬਾਹਰੋਂ ਖਰੀਦਣ ਦੀ ਲੋੜ ਨਹੀਂ, ਮਨ ਨੂੰ ਉਹ ਡੱਬਾ ਬਣਾ। ਮਨ ਸੰਪਟ ਜਿਤ ਸਤਸਰ ਨਾਵਣ, ਮਨ ਉਹ ਡੱਬਾ ਹੈ ਜਿੰਦੇ ਵਿੱਚ ਤੂੰ ਟੁੱਬੀਆਂ ਲਾਉਣੀਆਂ ਨੇ ਭਾਈ। ਸਤਸਰ ਨਾਵਣ, ਇਸ ਡੱਬੇ ਦੇ ਵਿੱਚ ਪਾਣੀ ਪਾਉਣਾ ਗੁਰੂ ਕੇ ਸੰਗਤ ਦਾ, ਗੁਰੂ ਦੇ ਨਾਮ ਦਾ, ਗੁਰੂ ਦੀ ਸੰਗਤ ਵਿੱਚ ਆ ਕੇ ਟੁੱਬੀਆਂ ਲਾਉਣੀਆਂ ਨੇ। ਅਸਲ ਵਿੱਚ ਨਹਾਉਣਾ ਇਹ ਹੈ। ਮਨ ਸੰਪਟ ਜਿਤ ਸਤਸਰ ਨਾਵਣ, ਭਾਵਨ ਪਾਤੇ ਤ੍ਰਿਪਤ ਕਰੇ। ਫਿਰ ਉਹਨਾਂ ਕੋਲ ਇੱਕ ਪਾਤਰ ਵੀ ਹੁੰਦਾ ਹੈ, ਉਸ ਪਾਤਰ ਦੇ ਵਿੱਚ ਰੱਖ ਕੇ ਜਾਂ ਪ੍ਰਸ਼ਾਦ ਦਿੰਦੇ ਨੇ ਜਾਂ ਲੈਂਦੇ ਨੇ, ਕੁਝ ਵੀ ਕਰਦੇ ਨੇ। ਹੁਣ ਪਾਤਰ ਵੀ ਤਾਂ ਬਣਾਉਣਾ ਹੈ ਨਾ, ਕਿ ਜੇ ਤੂੰ ਪੂਜਾ ਕਰਨ ਲੱਗਾ ਹੈ, ਨਹਾਉਣ ਲੱਗਾ, ਤੇ ਪਾਤਰ ਕਿਹੜਾ ਬਣਾਉਣਾ ਹੈ? ਕਹਿੰਦੇ ਭਾਵਨ ਪਾਤੇ, ਭਾਵਨਾ ਨੂੰ, ਅੰਦਰ ਦੇ ਭਾਵਨਾ ਨੂੰ ਉਹ ਪਾਤਰ ਬਣਾ, ਉਹ ਪੱਤਲ ਬਣਾ। ਤੇ ਭਾਵਨਾ ਇਵੇਂ ਦੀ ਬਣਾ ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਨੇ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਭਾਵਨਾ ਇਵੇਂ ਦੀ ਬਣਾ ਕਿ ਜਿਹਨੂੰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਹੁਣ ਤਿਸ ਪੈ ਆਪ ਵਿਚਾਈ, ਇੰਨਾ ਪ੍ਰੇਮ ਹੋਵੇ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਬਸ ਇਵੇਂ ਦੇ ਭਾਵਨਾ ਨਾਲ ਜਿਆਏਗਾ। ਤੇ ਗੁਰੂ ਸਾਹਿਬ ਜੀ ਅੱਗੇ ਕਹਿੰਦੇ ਨੇ, ਪੂਜਾ ਪ੍ਰਾਣ ਸੇਵਕ ਜੇ ਸੇਵੇ। ਪੂਜਾ ਸਾਰੇ ਕਰਦੇ ਨੇ, ਪਰ ਜੇ ਕੋਈ ਸੇਵਕ ਹੋ ਕੇ ਪ੍ਰਾਣਾ ਤੱਕ ਇਹ ਪੂਜਾ ਕਰੇ, ਕਿ ਜੇ ਆਰਾ ਵੀ ਉੱਤੇ ਚੱਲ ਜੇ ਤੇ ਚੰਗਾ ਲੱਗਦਾ ਹੈ। ਜੇ ਤਨ ਮਨ ਦੇ ਟੁਕੜੇ ਵੀ ਕਰਨੇ ਪੈ ਜਾਣ, ਟੁਕੜੇ ਕਰਕੇ ਵੀ ਤੇਰੇ ਚਰਨਾਂ ਦੇ ਵਿੱਚ ਅਰਪਣ ਕਰਦੇ ਆ। ਪ੍ਰਾਣਾ ਤੱਕ ਉਹਦੀ ਸੇਵਾ ਕਰ, ਸਿਮਰਨ ਕਰ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹਿ। ਇਸ ਢੰਗ ਨਾਲ ਉਹ ਮਾਲਕ ਪ੍ਰਸੰਨ ਹੋਏਗਾ, ਇਸ ਢੰਗ ਨਾਲ ਉਹ ਤੱਤ ਨਿਕਲੇਗਾ। ਇਹ ਦੁੱਧ ਦੇ ਵਿੱਚੋਂ ਤੱਤ ਮੱਖਣ ਘਿਓ ਕੱਢਣਾ ਸੌਖਾ ਹੈ, ਪਰ ਅੰਦਰ ਜਾਂ ਤੱਤ ਜੇ ਤੂੰ ਕੱਢਣਾ ਤੇ ਫਿਰ ਤਰੀਕਾ ਇਹੀ ਹੈ। ਅਖੀਰਲੇ ਪੱਤੇ 'ਚ ਗੁਰੂ ਸਾਹਿਬ ਨੇ ਫਿਰ ਕਿਰਪਾ ਕੀਤੀ। ਕਹਿੰਦੇ ਕਹਿੰਦੇ ਕਹੇ ਕਹੇ ਕਹਿ ਜਾਵੇਂ, ਤੁਮ ਸਾਰੇ ਅਵਰ ਨਾ ਕੋਈ। ਰੱਬ ਜੀ ਤੇਰੇ ਵਰਗਾ ਦੂਜਾ ਹੋਰ ਕੋਈ ਨਹੀਂ। ਕਹਿੰਦੇ ਲੋਕ ਕਹਿ ਰਹੇ ਨੇ, ਕਹੇ ਅੱਗੇ ਵੀ ਕਹਿੰਦੇ ਰਹਿਣਗੇ, ਕਹਿ ਕਹਿ ਜਾਵੇਂ। ਇਵੇਂ ਦੇ ਕਹਿ ਕਹਿ ਕੇ ਪਤਾ ਨਹੀਂ ਕਿੰਨੇ ਕੁ ਚਲੇ ਗਏ। ਰੱਬ ਜੀ ਤੇਰੇ ਵਰਗਾ ਕੋਈ ਨਹੀਂ, ਪਰਮਾਤਮਾ ਰੱਬ ਜੀ ਤੇਰੇ ਵਰਗਾ ਕੋਈ ਨਹੀਂ। ਇਹ ਕਹਿ ਰਹੇ ਨੇ, ਲੋਕੀ ਕਹਿੰਦੇ ਰਹਿਣਗੇ, ਕਹਿ ਕਹਿ ਕੇ ਚਲੇ ਗਏ ਨੇ, ਪਰ ਤੇਰਾ ਅੰਤ ਕਿਸੇ ਨੇ ਜਾਣਿਆ। ਅਖੀਰ ਤੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਭਾਈ ਭਗਤ ਹੀਣ ਨਾਨਕ ਜਨ ਜੰਪੈ, ਹਉਸਾ ਲਾਹੀ ਸੱਚਾ ਸੋਈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਰੱਬ ਜੀ, ਪਰਮੇਸ਼ਰ ਜੀ, ਮੈਂ ਤੇ ਭਗਤੀ ਤੋਂ ਹੀਣਾ, ਭਗਤੀ ਮੇਰੇ ਵਿੱਚ ਕੋਈ ਨਹੀਂ। ਭਗਤ ਹੀਣ ਨਾਨਕ ਜਨ ਜੰਪੈ। ਜੰਪੈ ਦਾ ਅਰਥ ਹੁੰਦਾ ਬੇਨਤੀ, ਅਰਦਾਸ। ਮੇਰੀ ਅਰਦਾਸ ਬੇਨਤੀ ਕਿ ਮੈਂ ਭਗਤੀ ਤੋਂ ਹੀਣਾ, ਭਗਤੀ ਨਹੀਂ ਕੀਤੀ, ਪਰ ਮੈਨੂੰ ਕਿਰਪਾ ਕਰ, ਇੱਕ ਦਾਤ ਦੇ ਕਿ ਹਉਸਾ ਲਾਹੀ ਸੱਚਾ ਸੋਈ। ਉਹ ਸੱਚੇ ਦੀ ਸਿਫਤ ਸਲਾਹ ਮੈਨੂੰ ਬਖਸ਼, ਕਿਉਂਕਿ ਸਾਡੇ ਵਾਸਤੇ ਉਹਦੀ ਸਿਫਤ ਕਰਨਾ ਹੀ ਭਗਤੀ ਹੈ। ਇਹ ਬੰਦਗੀ ਹੈ, ਉਹਦੀ ਸਿਫਤ ਸਲਾਹ ਕਰਨਾ, ਰਿੜਕਣਾ ਹੈ। ਔਰ ਸਤਿਗੁਰੂ ਜੀ ਕਿਰਪਾ ਕਰਨ। ਗੁਰੂ ਸਾਹਿਬ ਦੇ ਇਹ ਜਿਹੜੇ ਡੂੰਘੇ ਸ਼ਬਦ ਨੇ, ਕਿਉਂਕਿ ਬਾਹਰਲੀਆਂ ਉਦਾਹਰਨਾਂ ਸੌਖੀਆਂ ਨੇ, ਪਰ ਇਹਨਾਂ ਨੂੰ ਕਿਤੇ ਅੰਦਰ ਢੁਕਾ ਕੇ ਸਾਨੂੰ ਸਮਝ ਵਿੱਚ ਆ ਜਾਏ, ਤੇ ਸਮਝ ਤੋਂ ਅਗਲਾ ਕਰਮ ਹੈ ਫਿਰ ਉਹ ਕਰਨਾ, ਉਹ ਉਦਮ ਕਰਨਾ। ਬਸ ਇਹ ਉਦਮ ਕਰਨਾ ਕਿਤੇ ਸਾਨੂੰ ਆ ਜਾਏ, ਅੱਗੇ ਗੁਰੂ ਕਿਰਪਾ ਕਰਨਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ।